ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਸਿਮਰਨਜੀਤ ਕੌਰ ਗਿੱਲ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੈਪਸ਼ਨ ਪੜ੍ਹ ਹੀ ਲਈ ਹੋਣੀ ਆ ਕਿ ਇੱਕ ਬਹੁਤ ਵੱਡਾ ਸਵਾਲ ਆ। ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪ੍ਰੋਟੈਸਟ ਵੀ ਹੋ ਰਹੇ ਆ। ਆਪਾਂ ਕੁਛ ਨਾ ਕੁਛ ਕਰ ਰਹੇ ਆ। ਮੈਂ ਵੀ ਪਿਛਲੇ 6 ਸਾਲਾਂ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਦੇ ਉੱਤੇ ਜਿਹੜਾ ਮੋਹਾਲੀ ਦਾ ਏਅਰਪੋਰਟ ਆ ਉਹਦੇ ਰੱਖਣ ਲਈ ਸਟਰਗਲ ਕਰ ਰਹੇ ਆ। ਤੇ ਮੇਰੇ ਬਚਪਨ ਤੋਂ ਹੀ ਆਈਡੀਅਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਹੇ ਨੇ। ਪਰ ਗੱਲ ਮਤਲਬ ਜਿਹੜਾ ਮੈਂ ਕੈਪਸ਼ਨ 'ਚ ਵੀ ਇੱਕ ਸਵਾਲ ਕੀਤਾ ਆ, ਸਵਾਲ ਇਹ ਆ ਕਿ ਅਸੀਂ ਨਾਰਿਆਂ ਦੇ ਵਿੱਚ ਬੋਲਦੇ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਕੀ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਸੱਚੀ ਪਹਿਰਾ ਦਿੰਨੇ ਆ ਠੋਕ ਕੇ? ਨਹੀਂ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਸੀਗੀ ਕਿ ਜਦੋਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਜਾਏਗੀ, ਅਸਲੀ ਆਜ਼ਾਦੀ ਉਦੋਂ ਆਏਗੀ। ਤੇ ਸਾਨੂੰ ਹਜੇ ਤੱਕ ਅਸਲੀ ਆਜ਼ਾਦੀ ਹੀ ਨਹੀਂ ਮਿਲੀ, ਕਿਉਂਕਿ ਸਾਡੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹਜੇ ਤੱਕ ਖਤਮ ਨਹੀਂ ਹੋਈ। ਚਾਹੇ ਉਹ ਗਰੀਬ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਦੀ ਗੱਲ ਹੋਵੇ, ਚਾਹੇ ਉਹ ਬੱਚੀਆਂ ਮਾਸੂਮ ਬੱਚੇ ਬੱਚੀਆਂ ਔਰਤਾਂ ਦੀ ਬੇਪੱਤੀ ਦੀ ਗੱਲ ਹੋਵੇ, ਜਾਂ ਫਿਰ ਜਿਹੜੀਆਂ ਔਰਤਾਂ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਨੇ ਜਾਂ ਉਹਨਾਂ ਦੀ ਗੱਲ ਹੋਵੇ। ਸੋ ਕਦੇ ਵੀ ਜੇ ਆਪਾਂ ਦੇਖੀਏ ਕਿ ਹਲੇ ਤੱਕ ਸਾਨੂੰ ਸਹੀ ਮਾਇਨਿਆਂ ਦੇ ਵਿੱਚ ਆਜ਼ਾਦੀ ਨਹੀਂ ਮਿਲੀ। ਖੈਰ, ਸ਼ਹੀਦ ਆਜ਼ਮ ਤੋਂ ਸਰਦਾਰ ਮਤਲਬ ਸਟਾਰਟ ਕੀਤਾ, ਪਰ ਮੇਰਾ ਅੱਜ ਜਿਹੜਾ ਲਾਈਵ ਆਉਣ ਦਾ ਮਕਸਦ ਹੈਗਾ ਆ ਉਹ ਹੈ ਬਹੁਤ ਚਰਚਿਤ ਅੱਜ ਕੱਲ੍ਹ ਜਿਹੜਾ ਹੋਇਆ ਕੇਸ ਕਾਤੀਆ ਅਤੇ ਗੁਰਕੀਰਤ ਕੋਟਲੀ ਦਾ ਕੇਸ। ਮੈਨੂੰ ਪਹਿਲਾਂ ਇਹਦੇ ਬਾਰੇ ਨਹੀਂ ਪਤਾ ਸੀਗਾ ਤੇ ਮੈਂ ਉਹਨਾਂ ਬਾਰੇ ਕੇਸ ਬਾਰੇ ਤਾਂ ਕਰਕੇ ਨਹੀਂ ਬੋਲੀ। ਪਰ ਹੁਣ ਜਦੋਂ ਮੈਂ ਉਸ ਕੇਸ ਦੀ ਚੰਗੀ ਤਰ੍ਹਾਂ ਬਹੁਤ ਸਾਰੀ ਸਟੱਡੀ ਕੀਤੀ, ਉਹਦੇ ਟਰਾਇਲਸ ਦੀ ਸਟੱਡੀ ਕੀਤੀ ਕਿ ਅਸਲ ਦੇ ਵਿੱਚ ਹੋਇਆ ਕੀ ਸੀ, ਤਾਂ ਮਤਲਬ ਮਨ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ, ਤਕਲੀਫ ਹੋਈ। ਪਰ ਗੱਲ ਆ ਕਿ ਇਹ ਸੱਚ ਆ ਕਿ ਸਾਡਾ ਜਿਹੜਾ ਭਾਰਤੀ ਨਿਆਂ ਪ੍ਰਣਾਲੀ ਆ ਇਹਦੇ ਵਿੱਚ ਮੈਂ ਅੱਗੇ ਵੀ ਬੋਲਦੀ ਹੁੰਦੀ ਆ, ਜਦੋਂ ਦੋ ਆਮ ਇਨਸਾਨਾਂ ਦੀ ਲੜਾਈ ਹੋਵੇ ਤਾਂ ਸੱਚ ਦੀ ਜਿੱਤ ਹੁੰਦੀ ਆ। ਪਰ ਜਦੋਂ ਬਹੁਤ ਰਸੂਖਦਾਰ ਵੱਡੇ ਘਰਾਣੇ ਲਾ ਲਓ ਜਾਂ ਪਾਵਰ ਵਿੱਚ ਲੋਕ ਅਤੇ ਕਿਸੇ ਆਮ ਇਨਸਾਨ ਦੀ ਲੜਾਈ ਹੋਵੇ ਤਾਂ ਇਨਸਾਫ ਕਦੇ ਵੀ ਨਹੀਂ ਮਿਲਦਾ। ਸੋ ਇਹੀ ਕੁਝ ਹੋਇਆ ਕਾਤੀਆ ਦੇ ਨਾਲ। ਪਰ ਕਹਿੰਦੇ ਆ ਕਿ ਚੀਜ਼ਾਂ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਆਪਾਂ ਸਾਰੀਆਂ ਡਿਟੇਲ ਦੇ ਵਿੱਚ ਕਰਾਂਗੇ ਕਿ ਕਿਵੇਂ ਪ੍ਰਮਾਤਮਾ ਨੇ ਨਿਆਂ ਕੀਤਾ। ਸੋ 31 ਅਗਸਤ 1994 ਨੂੰ ਇਹ ਫ੍ਰੈਂਚ ਦੀ 23 ਸਾਲ ਦੀ ਉਸ ਸਮੇਂ 23 ਸਾਲ ਦੀ, ਤੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਆ, ਅੱਜ 24 ਸਾਲ ਹੋ ਗਿਆ ਤੇ ਅੱਜ ਉਹ 50 ਸਾਲ ਦੇ ਕਰੀਬ ਦੀ ਉਮਰ ਦੇ ਹੋਣਗੇ ਕਾਤੀਆ ਜੀ। ਤਾਂ 23 ਸਾਲ ਦੀ ਉਮਰ ਦੀ ਉਹ ਕੁੜੀ ਜਿਹੜੀ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਬੈਠੀ ਸੀਗੀ। ਉਹਦੇ ਨਾਈਜੀਰੀਅਨ ਕੇਨੀਅਨ 2 ਫਰੈਂਡ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਜੇਮਸ ਸੀਗਾ ਜਿਹੜਾ ਇਸ ਕੇਸ ਦਾ ਮੇਨ ਗਵਾਹ ਵੀ ਸੀਗਾ, ਜੋ ਹੌਸਟਾਈਲ ਹੋ ਗਿਆ ਸੀ ਬਾਅਦ ਦੇ ਵਿੱਚ, ਉਹਦਾ ਬॉयਫ੍ਰੈਂਡ ਸੀਗਾ ਤੇ ਉਹ ਬੈਠੇ ਸੀਗੇ। ਤਾਂ ਉੱਥੇ ਗੁਰਕੀਰਤ ਕੋਟਲੀ ਉਸ ਸਮੇਂ ਸਿਰਫ ਮੁੱਖ ਮੰਤਰੀ ਦਾ ਇੱਕ ਇਹ ਕਹਿ ਲਓ ਕਿ ਇਆਸ਼ ਪੋਤਾ ਸੀਗਾ। ਆਪਾਂ ਦੇਖਦੇ ਹੀ ਆ, ਆਪਾਂ ਮੂਵੀਜ਼ 'ਚ ਵੀ ਦੇਖਦੇ ਆ, ਆਪਾਂ ਨੂੰ ਵੈਸੇ ਵੀ ਪਤਾ ਹੈ ਕਿ ਜਦੋਂ ਵੱਡੇ ਮਿਨਿਸਟਰ ਹੁੰਦੇ ਆ ਤਾਂ ਉਹਨਾਂ ਦੇ ਸਾਰੇ ਨਹੀਂ ਹੁੰਦੇ, ਕਈ ਚੰਗੇ ਵੀ ਹੁੰਦੇ ਆ, ਬਟ ਬਹੁਤੇ ਜ਼ਿਆਦਾ ਵਿਗੜੀ ਹੋਈ ਜਿਹੜੀ ਔਲਾਦ ਹੁੰਦੀ ਆ ਤੇ ਉਹ ਸੋਚਦੀ ਆ ਕਿ ਜੋ ਸਾਡੇ ਸਾਹਮਣੇ ਆ ਗਿਆ, ਜੋ ਸਾਨੂੰ ਚਾਹੀਦਾ ਉਹ ਸਾਨੂੰ ਮਿਲ ਜਾਣਾ ਚਾਹੀਦਾ। ਤੇ ਉਹਨਾਂ ਨੇ ਕਾਤੀਆ ਨੂੰ ਦੇਖੇ ਤੇ ਕਾਤੀਆ ਦੇ ਕੋਲ ਗਏ ਤੇ ਕਾਤੀਆ ਤੇ ਉਹਨਾਂ ਦੇ ਵਿੱਚ ਬਹਿਸ ਹੋ ਗਈ। ਸ਼ਾਇਦ ਉਹਨੇ ਕਾਤੀਆ ਨੂੰ ਪ੍ਰਪੋਜ਼ ਕੀਤਾ ਜਾਂ ਕਾਤੀਆ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਤੇ ਕਾਤੀਆ ਨੇ ਜਵਾਬ ਦਿੱਤਾ। ਤਾਂ ਉਹ ਸ਼ਰਾਬ ਦੇ ਨਾਲ ਰੱਜੇ ਹੋਏ ਸੀਗੇ, ਉਹਨੂੰ ਗੁੱਸਾ ਆ ਗਿਆ ਵੀ ਇਹ ਇੱਕ ਔਰਤ, ਉਹ ਵੀ ਫੋਰਨਰ ਹੋ ਕੇ, ਇਹ ਮੈਨੂੰ ਜਵਾਬ ਕਿਵੇਂ ਦਿੰਦੀ ਆ। ਤੇ ਉਹਨਾਂ ਨੇ ਕਾਤੀਆ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਜੇਮਸ ਹੋਟਲ ਸੀਗੇ 22 ਸੈਕਟਰ ਦੇ ਕੋਲੇ ਪੈਂਦਾ, ਸ਼ਾਇਦ 17 ਤੇ 22 ਦੇ ਵਿਚਾਲੇ। ਤਾਂ ਇਹ ਉਸ ਸਮੇਂ ਕਾਤੀਆ ਤੇ ਉਹਦੇ ਜਿਹੜੇ ਫਰੈਂਡਸ ਸੀਗੇ ਉਹ ਇੱਥੇ ਮੋਹਾਲੀ ਦੇ ਵਿੱਚ ਇੱਕ 2 ਰੂਮ ਸੈੱਟ ਸੀਗਾ ਤੇ ਉੱਥੇ ਰਹਿੰਦੇ ਸੀ ਅਪਾਰਟਮੈਂਟ ਦੇ ਵਿੱਚ। ਤੇ ਉਹ ਆਪਣੇ ਅਪਾਰਟਮੈਂਟ ਆ ਗਏ। ਜਦੋਂ ਉਹ ਆਪਣੇ ਅਪਾਰਟਮੈਂਟ ਰਿਕਸ਼ਾ ਲੈ ਕੇ ਆਏ ਤਾਂ ਉਹਨਾਂ ਦੇ ਪਿੱਛੇ ਜਿਪਸੀ ਦੇ ਵਿੱਚ ਆਪਣੇ ਬਾਡੀਗਾਰਡਸ ਤੇ ਆਪਣੇ 6 ਦੋਸਤ, ਮੈਂ ਉਹਨਾਂ ਦੇ ਨਾਮ ਵੀ ਨੋਟ ਕੀਤੇ ਆ, ਮੈਂ ਦੁਬਾਰਾ ਨਾਮ ਵੀ ਬੋਲਣਾ ਚਾਹੂੰਗੀ ਜਿਹੜੇ ਦੋਸਤ ਸੀਗੇ ਗੁਰਕੀਰਤ ਕੋਟਲੀ ਦੇ, ਕਿਉਂਕਿ ਕੇਸ ਸਟੱਡੀ ਕੀਤਾ ਤੇ ਫਿਰ ਉਹਨਾਂ ਦੇ ਨਾਮ ਦੇਖੇ। ਤਾਂ ਉਹਨਾਂ ਦੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਨਾਮ ਸੀਗੇ ਮਨਜਿੰਦਰ ਸਿੰਘ, ਅਲਾਇਸ ਤੇਜਾ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਅਸ਼ਵਨੀ ਅਤੇ
ਦੋ ਪੁਲਿਸ ਦੇ ਅਧਿਕਾਰੀ ਪੁਲਿਸ ਦੇ ਜਿਹੜੇ ਕਾਂਸਟੇਬਲ ਹੋ ਸਕਦੇ ਆ, ਹੋ ਸਕਦਾ ਕਿ ਉਹ ਕੋਟਲੀ ਦੇ ਬਾਡੀਗਾਰਡ ਹੋਣ ਉਸ ਸਮੇਂ, ਤਾਂ ਉਹ ਆਏ ਉੱਥੇ ਤੇ ਉਹਨਾਂ ਨੇ ਹੱਥੋਂ-ਪਾਈ ਕੀਤੀ ਜੇਮਸ ਦੇ ਨਾਲ ਤੇ ਜੇਮਸ ਨੂੰ ਉੱਥੇ ਸੁੱਟ ਕੇ ਮਾਰ ਕੇ ਤੇ ਜਿਪਸੀ ਦੇ ਵਿੱਚ ਕਾਤੀਆਂ ਨੂੰ ਚੱਕ ਕੇ ਇੱਕ ਫੈਕਟਰੀ ਲੈ ਗਏ। ਜੋ ਫੈਕਟਰੀ ਦੇ ਵਿੱਚ ਜਾ ਕੇ ਉਹਨਾਂ ਨੇ ਉਹਦਾ ਸਾਰੇ ਜਾਣਿਆਂ ਨੇ ਬਾਰੋ-ਬਾਰੀ ਰੇਪ ਕੀਤਾ, ਉਹਦਾ ਬਲਾਤਕਾਰ ਕਰਕੇ ਉਸ ਤੋਂ ਬਾਅਦ ਕਾਤੀਆ ਨੂੰ ਇੱਕ ਮੋਟਲ ਦੇ ਵਿੱਚ ਲੈ ਗਏ ਜਿੱਥੋਂ ਕਾਤੀਆ ਭੱਜਣ ਦੇ ਵਿੱਚ ਕਾਮਯਾਬ ਹੋ ਗਈ। ਇਹ ਕੇਸ ਦੀ ਰਿਪੋਰਟ ਆ। ਉਸ ਤੋਂ ਬਾਅਦ ਉਹਨੇ ਪੁਲਿਸ ਦੇ ਕੋਲ ਜਾ ਕੇ ਜਦੋਂ ਕੰਪਲੇਂਟ ਦਿੱਤੀ ਤਾਂ ਹੈਰਾਨੀ ਦੀ ਗੱਲ ਆ ਕਿ ਇੱਕ ਰੇਪ ਹੋਈ ਕੁੜੀ ਨੇ ਜਦੋਂ ਆਪਣੀ FIR ਕਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ 1 ਤਰੀਕ ਨੂੰ FIR ਕੱਟੀ ਗਈ, ਪਰ FIR ਅੰਡਰ ਸੈਕਸ਼ਨ 376 ਕੱਟੀ ਜਾਣੀ ਚਾਹੀਦੀ ਸੀਗੀ। ਇੱਕ ਗੈਂਗ ਰੇਪ ਸੀਗਾ ਪਰ FIR ਕੱਟੀ ਗਈ 366, 342, 506, 148 ਤੇ 149 ਦੇ ਤਹਿਤ। ਚਾਹੇ ਇਹ ਵੀ ਨਾਨ ਬੇਲੇਬਲ ਆਫੈਂਸ ਨੇ ਪਰ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਜ਼ਮਾਨਤ ਸੌਖੀ ਮਿਲ ਜਾਂਦੀ ਹੈ, 376 ਚ ਜ਼ਮਾਨਤ ਨਹੀਂ ਮਿਲਦੀ। ਤੇ ਇੱਕ ਈਵਨ 354 ਤੱਕ ਨਾ ਇਹਦੇ ਵਿੱਚ 376 ਤੱਕ ਹੀ 354 ਦੀ ਵੀ FIR ਨਾ ਕੱਟੇਗੀ। ਕਿਉਂਕਿ ਉਸ ਸਮੇਂ ਜਿਹੜਾ ਕੋਟਲੀ ਸੀ ਉਹਦਾ ਦਾਦਾ ਮੁੱਖ ਮੰਤਰੀ ਸੀ ਪੰਜਾਬ ਦਾ, ਰਸੂਖ ਰੱਖਦਾ ਸੀ ਪੁਲਿਸ ਦੇ ਵਿੱਚ ਹਰ ਜਗ੍ਹਾ ਤੇ ਉਹਦੀ ਚੱਲਦੀ ਸੀਗੀ। ਤੇ ਉਸ ਤੋਂ ਬਾਅਦ ਕਾਤੀਆ ਨੂੰ ਖਰੜ ਦੇ, ਕਿਉਂਕਿ ਉਸ ਸਮੇਂ ਡਿਸਟ੍ਰਿਕਟ ਕੋਰਟ ਰੋਪੜ ਪੈਂਦੀ ਹੁੰਦੀ ਸੀ ਮੋਹਾਲੀ ਨੂੰ, ਤਾਂ ਸੈਸ਼ਨ ਕੋਰਟ, ਕਿਉਂਕਿ ਹੁਣੀ ਸੈਸ਼ਨ ਕੋਰਟ ਅਲੱਗ ਹੋਈ ਆ, ਸਿਰਫ 4 ਸਾਲ ਹੀ 3-4 ਸਾਲ ਹੋਏ ਆ, ਤਾਂ ਪਹਿਲਾਂ ਰੋਪੜ ਸੈਸ਼ਨ ਕੋਰਟ ਪੈਂਦੀ ਸੀ। ਤਾਂ ਖਰੜ ਦੇ ਮੈਜਿਸਟ੍ਰੇਟ ਦੇ ਕੋਲ ਉਹਦੇ 64 ਦੇ ਬਿਆਨ ਵੀ ਹੁੰਦੇ ਨੇ ਜਿਹਦੇ ਵਿੱਚ ਜਿਹੜੀ ਆਇਡੈਂਟੀਫਿਕੇਸ਼ਨ ਪਰੇਡ ਆ, ਜਿੱਥੇ ਜਿਹੜੇ ਅਕਿਊਜ਼ਡ ਹੁੰਦੇ ਆ ਨੂੰ ਆਇਡੈਂਟੀਫਾਈ ਕਰਨਾ ਹੁੰਦਾ। ਤਾਂ ਇਹਨੇ ਜਦੋਂ ਇਹਨਾਂ ਦੀ 8-9 ਸਤੰਬਰ ਦੇ ਨੇੜੇ ਤੇੜੇ ਅਰੈਸਟ ਹੋ ਜਾਂਦੀ ਆ, ਸਾਰੇ ਅਕਿਊਜ਼ ਨੂੰ ਪਛਾਣਿਆ ਤੇ ਉਹਨੇ ਲਿਖਾਇਆ ਕਿ ਮੇਰੇ ਨਾਲ ਇਹਨਾਂ ਨੇ ਬਲਾਤਕਾਰ ਕੀਤਾ, ਨਾ ਮਲਸਟੇਸ਼ਨ ਨਹੀਂ, ਬਲਾਤਕਾਰ ਪ੍ਰੋਪਰ ਉਹਨੇ ਲਿਖਾਇਆ, ਪਰ ਉਸ ਬਲਾਤਕਾਰ ਨੂੰ ਸਿੰਪਲ ਮਲਸਟੇਸ਼ਨ ਤੇ ਅਬਡਕਸ਼ਨ ਦਾ ਕੇਸ ਬਣਾ ਦਿੱਤਾ ਗਿਆ। ਤੇ ਜਿਹਦੇ ਵਿੱਚ ਉਹਨਾਂ ਨੂੰ ਰੋਪੜ ਤੋਂ ਫਿਰ ਜ਼ਮਾਨਤ ਈਜ਼ੀਲੀ ਮਿਲ ਜਾਂਦੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਹਾਲਾਤ ਦੇਖਦੇ ਆ ਉਹਦੇ ਵਿੱਚ ਹਿੰਮਤ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਆ ਤੇ ਸਿਮਰਨਜੀਤ ਸਿੰਘ ਮਾਨ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਕਿ ਉਹਨਾਂ ਨੇ PIL ਪਾ ਕੇ ਇਸ ਕੇਸ ਨੂੰ ਚੰਡੀਗੜ੍ਹ ਮੂਵ ਕਰਾ ਦਿੱਤਾ। ਤੇ ਕਿਉਂਕਿ ਚੰਡੀਗੜ੍ਹ ਵੀ ਇਨਸੀਡੈਂਟ ਦੇ ਵਿੱਚ ਸੀਗਾ ਤੇ ਹਾਈ ਕੋਰਟ ਦੇ ਆਰਡਰ ਡਾਇਰੈਕਸ਼ਨ ਦੇ ਮੁਤਾਬਿਕ ਇਸ ਕੇਸ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਆ ਸ਼ਿਫਟ ਕਰ ਦਿੱਤਾ ਗਿਆ। ਫਿਰ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਕਾਤੀਆ ਇੱਥੋਂ ਚਲੀ ਗਈ ਤੇ ਕਾਤੀਆ ਨੇ ਜਦੋਂ ਲੈਟਰ ਵੀ ਲਿਖੀ ਆ ਪਿੱਛੇ ਜੇ, ਜਦੋਂ ਦੁਬਾਰਾ ਇੱਕ ਫ੍ਰੈਂਚ ਜਿਹੜੀ ਸੀਗੀ ਨੈਸ਼ਨਲ, ਉਹਦਾ ਰੇਪ ਹੋਇਆ ਸੀ ਚੰਡੀਗੜ੍ਹ ਦੇ ਵਿੱਚ, ਤਾਂ ਉਹਨੇ ਕਾਤੀਆ ਨੇ ਇੱਕ ਖੁੱਲੀ ਲੈਟਰ ਲਿਖੀ ਸੀ ਜਿਹੜਾ 2016 ਦੇ ਵਿੱਚ ਆਈ ਥਿੰਕ ਦੁਬਾਰਾ ਫਿਰ ਇਹ ਮਸਲਾ ਚੱਕਿਆ ਗਿਆ ਸੀਗਾ, ਜਿਹੜਾ ਮਸਲਾ ਇੰਨੇ ਸਾਲਾਂ ਤੋਂ ਬੰਦ ਪਿਆ ਸੀ। ਤੇ ਕਾਤੀਆ ਨੇ ਉਸ ਲੈਟਰ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਕਿ ਮੈਂ ਭਾਰਤ ਤੋਂ ਇੰਨੀ ਕੁ ਡਰੀ ਹੋਈ ਸੀਗੀ ਕਿ ਉਹ ਇੰਨੇ ਰਸੂਖਦਾਰ ਬੰਦੇ ਸੀਗੇ ਕਿ ਮੈਂ ਵਾਪਸ ਕਦੇ ਨਾ ਆ ਸਕੀ, ਪਰ ਅੱਜ ਵੀ ਮੈਂ ਡਰਦੀ ਹਾਂ ਕਿ ਮੈਨੂੰ ਕਿਸ ਤਰ੍ਹਾਂ ਉਹਨਾਂ ਨੇ ਬਰੂਟਲੀ ਰੇਪ ਕੀਤਾ। ਸੋ ਉਹਨੇ ਇਹ ਚੀਜ਼ ਉਹਦੇ ਵਿੱਚ ਮੈਂਸ਼ਨ ਕੀਤੀ ਆ ਉਹਨੇ ਆਪਣੀ ਲੈਟਰ ਦੇ ਵਿੱਚ, ਜਿਹਦੇ ਤੇ NCW ਨੇ ਦੁਬਾਰਾ ਸੂਓ ਮੋਟੋ ਵੀ ਲਿਆ ਸੀਗਾ ਤੇ ਗਵਰਨਮੈਂਟ ਆਫ ਇੰਡੀਆ ਨੂੰ ਸਵਾਲ ਕੀਤੇ ਸੀ 2017 ਦੀ ਜਦੋਂ ਗਵਰਨਮੈਂਟ ਬਣਦੀ ਆ ਜਾਂ ਜਦੋਂ ਇਹ MLA ਬਣ ਕੇ ਆਂਦਾ ਗੁਰਕੀਰਤ ਕੋਟਲੀ, ਪਰ ਉਸ ਚੀਜ਼ ਦੇ ਉੱਤੇ ਕੁਝ ਵੀ ਨਾ ਕੀਤਾ ਗਿਆ। ਤੇ ਉਸ ਤੋਂ ਪਹਿਲਾਂ ਹੀ ਜਿਹੜੇ ਟਰਾਇਲ ਕਿਵੇਂ ਬੰਦ ਹੋ ਜਾਂਦੇ ਆ, ਟਰਾਇਲ ਦੇ ਵਿੱਚ ਜਿਹੜਾ ਮੇਨ ਵਿਟਨੈਸ ਸੀਗਾ, ਟੋਟਲ 36 ਵਿਟਨੈਸ ਸੀਗੇ ਜਿਨ੍ਹਾਂ ਨੂੰ ਐਗਜ਼ਾਮਿਨ ਕੀਤਾ ਗਿਆ। 36 ਦੇ ਵਿੱਚੋਂ ਮੈਕਸਿਮਮ ਜਿਹੜੇ ਵਿਟਨੈਸ ਸੀਗੇ ਉਹ ਹੌਸਟਾਈਲ ਹੋ ਗਏ। ਹੌਸਟਾਈਲ ਵਿਟਨੈਸ ਕੀ ਹੁੰਦਾ? ਹੌਸਟਾਈਲ ਵਿਟਨੈਸ ਹੁੰਦਾ ਜਦੋਂ ਕੋਈ ਗਵਾਹ ਮੁੱਕਰ ਜਾਂਦਾ ਆ, ਤਾਂ ਗਵਾਹ ਮੁੱਕਰ ਗਏ। ਉਸੇ ਤਰ੍ਹਾਂ ਜਿਹੜਾ ਜੇਮਸ ਸੀਗਾ ਉਹ ਵੀ ਮੁੱਕਰ ਗਿਆ, ਜੇਮਸ ਨੂੰ ਇੱਥੇ ਡਰਾਇਆ ਧਮਕਾਇਆ ਜਾਂ ਉਹਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ ਤੇ ਉਹ ਆਪਣੀ ਗਵਾਹੀ ਤੋਂ ਮੁੱਕਰ ਗਿਆ। ਗਵਾਹੀ ਤੋਂ ਮੁੱਕਰਨ ਦੇ ਕਰਕੇ ਇਹ ਕੇਸ ਬੰਦ ਹੋ ਗਿਆ ਤੇ ਇਹਨੂੰ ਦੁਬਾਰਾ ਕੋਈ ਇਸ ਦੀ ਅਪੀਲ ਨਹੀਂ ਪਈ ਤੇ ਇਹ ਸਾਰੇ ਜਾਣੇ 1999 ਦੇ ਵਿੱਚ ਬਰੀ ਹੋ ਗਏ। ਪਰ ਪ੍ਰਮਾਤਮਾ ਕਹਿੰਦੇ ਆ ਕਿ ਇਨਸਾਫ ਕਰਦਾ ਕਿ 31 ਅਗਸਤ 1994 ਨੂੰ ਇਹ ਰੇਪ ਕਰਦੇ ਨੇ ਤੇ 31 ਅਗਸਤ 1995 1 ਸਾਲ ਬਾਅਦ ਬੇਅੰਤ ਸਿੰਘ ਦਾ ਅਸੈਸੀਨੇਸ਼ਨ ਹੁੰਦਾ। ਇਹ 31 ਅਗਸਤ 1995 ਹੀ ਕਿਉਂ? ਇਹ ਕਿਤੇ ਨਾ ਕਿਤੇ ਉਸ ਰੱਬ ਦਾ ਇਨਸਾਫ ਸੀਗਾ ਕਿ ਤੇਰੀ ਪਾਵਰ ਦੇ ਕਰਕੇ ਤੇਰੇ ਪੋਤੇ ਨੇ ਇੱਕ ਬੇਗੁਨਾਹ ਨਾਲ ਇੰਨਾ ਕੁਝ ਕੀਤਾ ਤੇ ਉਹੀ ਡੇਟ ਚੁਣੀ ਗਈ। ਸੋਚਣ ਵਾਲੀ ਗੱਲ ਆ, ਇਹ ਮੇਰੇ ਲਈ ਵੀ ਇੱਕ ਹੈਰਾਨੀ ਦੀ ਗੱਲ ਸੀਗੀ ਕਿ ਇਹ ਕਿਵੇਂ ਹੋਇਆ। ਬੇਸ਼ੱਕ ਬੇਅੰਤ ਸਿੰਘ ਨੇ ਨਸੀਬ ਚੰਦ ਟੰਡਨ ਨੂੰ ਹਾਇਰ ਕਰਕੇ ਆਪਣੇ ਪੋਤੇ ਨੂੰ, ਮਤਲਬ ਉਦੋਂ
ਰਿਹਾ ਕਰਾ ਲਿਆ ਤੇ 1999 ਦੇ ਵਿੱਚ ਸਾਰੇ ਬਰੀ ਹੋ ਗਏ। ਤੇ ਜਦੋਂ ਕੋਰਟ ਕਿਸੇ ਨੂੰ ਬਰੀ ਕਰ ਦਿੰਦੀ ਆ ਤਾਂ ਉਹਨੂੰ ਫਾਈਨਲ ਡਿਸੀਜਨ ਮੰਨਿਆ ਜਾਂਦਾ ਆ। ਪਰ ਜਦੋਂ ਇਸ ਕੇਸ ਨੂੰ ਇਸੇ ਕਰਕੇ ਅਸੀਂ ਵੀ ਚੁੱਪ ਬੈਠੇ ਸੀ, ਪਰ ਜਦੋਂ ਇਸ ਕੇਸ ਨੂੰ ਚੰਗੀ ਤਰ੍ਹਾਂ ਘੋਖਿਆ, ਇਹਨੂੰ ਪਰਖਿਆ ਤਾਂ ਇਹ ਕੇਸ ਬਿਲਕੁਲ ਸੱਚ ਸੀ। ਤਾਂ ਗੱਲ ਹੁਣ ਸਵਾਲ ਇਹ ਆਉਂਦੀ ਆ ਕਿ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੇ ਵਾਰਿਸ ਮੰਨਦੇ ਹਾਂ। ਜੇ ਅਸੀਂ ਗੁਰੂਆਂ ਪੀਰਾਂ ਦੇ ਵਾਰਿਸ ਹਾਂ ਤਾਂ ਅਸੀਂ ਇਹੋ ਜਿਹੇ ਬਲਾਤਕਾਰੀਆਂ ਨੂੰ ਚੁਣ ਕੇ ਆਪਣੇ ਨੁਮਾਇੰਦੇ ਬਣਾ ਕੇ ਭੇਜਦੇ ਕਿਉਂ? ਪਹਿਲੀ ਗਲਤੀ। ਦੂਜੀ ਗੱਲ, ਚੁਣ ਕੇ ਉਹ ਨੁਮਾਇੰਦਾ ਬਣ ਕੇ ਆ ਗਿਆ, ਘੱਟੋ ਘੱਟ ਮਿਨਿਸਟਰੀ ਤਾਂ ਇਹ ਚੀਜ਼ ਸੋਚੇ, ਇਹ ਸਰਕਾਰ ਇਹ ਟਿਕਟਾਂ ਦੇਣ ਲੱਗੇ ਇਹ ਚੀਜ਼ ਤਾਂ ਸੋਚੇ ਕਿ ਇੱਕ ਇਨਸਾਨ ਨੇ ਜਿਹਦੇ ਤੇ ਰੇਪ ਦਾ ਪਰਚਾ ਰਿਹਾ, ਬੇਸ਼ੱਕ ਉਹਨੂੰ ਕੋਰਟ ਨੇ ਬਰੀ ਕੀਤਾ ਪਰ ਸੱਚ ਤਾਂ ਸਾਰੇ ਜਾਣਦੇ ਨੇ। ਉਹ ਤਾਂ ਰਾਹੁਲ ਗਾਂਧੀ, ਸੋਨੀਆ, ਕੈਪਟਨ ਅਮਰਿੰਦਰ, ਉਹ ਤਾਂ ਸਾਰੇ ਜਾਣੇ ਸੱਚ ਜਾਣਦੇ ਨੇ। ਜਾਂ ਜਿਨ੍ਹਾਂ ਨੇ ਜਿਹੜੇ ਸੀਐਮ ਸਾਹਿਬ ਨੇ, ਹੁਣ ਮੈਂ ਲਿਟਰਲੀ ਇੱਜ਼ਤ ਕਰਦੀ ਹਾਂ, ਰਿਸਪੈਕਟ ਕਰਦੀ ਹਾਂ ਕਿ ਇੱਕ ਆਮ ਪਰਿਵਾਰ ਚੋਂ ਉੱਠ ਕੇ ਇੱਕ ਚੀਫ ਮਿਨਿਸਟਰ ਬਣੇ ਨੇ ਚੰਨੀ ਜੀ। ਪਰ ਚੰਨੀ ਜੀ ਨੇ ਕੀ ਇਹ ਗੱਲ ਸੋਚੀ ਕਿ ਉਹ ਜਿਸ ਬੰਦੇ ਨੂੰ ਮਿਨਿਸਟਰ ਬਣਾ ਰਹੇ ਨੇ ਉਹਨੇ ਭਾਰਤ ਦਾ, ਪੰਜਾਬ ਦਾ ਜਿਹੜਾ ਨਾਮ ਆ ਉਹੀ ਇਕੱਲਾ ਕਾਲਾ ਨਹੀਂ ਕੀਤਾ, ਉਹਨਾਂ ਨੇ ਇੱਕ ਬੇਗੁਨਾਹ ਔਰਤ ਦੀ ਬੇਪੱਤੀ ਕੀਤੀ ਆਪਣੀ ਪਾਵਰ ਦੇ ਨਸ਼ੇ ਦੇ ਵਿੱਚ, ਸ਼ਰਾਬ ਦੇ ਨਸ਼ੇ ਦੇ ਵਿੱਚ। ਕੀ ਉਹਨੂੰ ਕੈਬਨਿਟ ਮਿਨਿਸਟਰ ਬਣਾਉਣਾ ਜਾਇਜ਼ ਆ? ਸੋ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਚੀਜ਼ ਦੇ ਵਿਰੁੱਧ ਆਵਾਜ਼ਾਂ ਉੱਠ ਰਹੀਆਂ ਨੇ ਕਿ ਇਹਨੂੰ ਮਿਨਿਸਟਰ ਨਹੀਂ ਬਣਾਉਣਾ ਚਾਹੀਦਾ। ਉਹ ਬਿਲਕੁਲ ਜਾਇਜ਼ ਜਿਹੜੀਆਂ ਮੰਗਾਂ ਨੇ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ, ਕਿਉਂਕਿ ਜਿਹੜੇ ਲੋਕ ਇਹੋ ਜੀਆਂ ਹਰਕਤਾਂ ਕਰਦੇ ਨੇ, ਜਿਹੜੇ ਕਿਸੇ ਦਾ ਬਲਾਤਕਾਰ ਕਰਦੇ ਨੇ, ਬੇਸ਼ੱਕ ਉਹਨਾਂ ਨੂੰ ਕੋਰਟ ਨੇ ਬਰੀ ਕਰਤਾ, ਪਰ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਕਾਰਵਾਈ ਕਰਨੀ ਬਣਦੀ ਆ। ਇਹੋ ਜਿਹੇ ਬੰਦਿਆਂ ਨੂੰ ਨਾ ਤਾਂ ਟਿਕਟ ਦੇਣੀ ਬਣਦੀ ਆ, ਨਾ ਹੀ ਇਹੋ ਜਿਹੇ ਬੰਦੇ ਨੂੰ ਸਾਡੇ ਲੋਕਾਂ ਵੱਲੋਂ ਜਿਤਾਇਆ ਜਾਣਾ ਬਣਦਾ ਆ। ਤੇ ਜੇ ਜਿਤਾ ਹੀ ਦਿੱਤਾ, ਫਿਰ ਜਦ ਕਸੂਰਵਾਰ ਤਾਂ ਅਸੀਂ ਹੋ ਗਏ, ਫਿਰ ਅਸੀਂ ਕਿਸੇ ਦੀ ਇਹ ਵੀ ਕਸੂਰ ਕਿਉਂ ਕੱਢੀਏ ਵੀ ਕਿਸੇ ਨੇ ਉਹਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰ ਲਿਆ। ਖੈਰ, ਅਨਦਰ ਜਿਹੜੀ ਇਸ ਚੀਜ਼ ਦੇ ਉੱਤੇ ਗੱਲ ਆ ਕਿ ਮੈਂ ਮਨੀਸ਼ਾ ਗੁਲਾਟੀ ਜੀ ਦੀ ਇੱਜ਼ਤ ਕਰਦੀ ਹਾਂ, ਬਹੁਤ ਐਕਟਿਵ ਰੋਲ ਪਲੇ ਕਰਦੇ ਨੇ। ਮੈਂ ਵੀ ਉਹਨਾਂ ਦੇ ਕੋਲ ਇੱਕ ਦੋ ਕੇਸ ਲੈ ਕੇ ਗਈ ਤਾਂ ਉਹਨਾਂ ਨੇ ਬੜੇ ਤਰੀਕੇ ਨਾਲ ਉਹਨਾਂ ਨੂੰ ਸੌਰਟ ਆਊਟ ਕੀਤਾ। ਬਟ ਗੱਲ ਇਹ ਆ ਕਿ ਇੱਕ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ, ਇੱਕ ਪੋਲੀਟੀਕਲ ਪੋਸਟ ਤੇ ਬੈਠੇ ਵਿਰਾਜਮਾਨ ਮਨੀਸ਼ਾ ਗੁਲਾਟੀ ਜੀ ਨੂੰ ਵੀ ਨਹੀਂ ਦੇਖ ਰਿਹਾ ਕਿ ਜਿਸ ਉਤੇ NCW ਨੇ ਸੂਓ ਮੋਟੋ ਲੈ ਲਿਆ ਸੀਗਾ, ਜਿਸ ਚੀਜ਼ ਦੇ ਉੱਤੇ ਗਵਰਨਮੈਂਟ ਤੋਂ ਰਿਪੋਰਟ ਮੰਗੀ ਸੀ NCW ਨੇ, ਮੈਡਮ ਲਲਿਤਾ ਜੀ ਨੇ, ਤਾਂ ਮਨੀਸ਼ਾ ਗੁਲਾਟੀ ਜੀ ਨੇ ਇਸ ਚੀਜ਼ ਦੇ ਉੱਤੇ ਕੁਝ ਕਿਉਂ ਨਹੀਂ ਕੀਤਾ? ਮਨੀਸ਼ਾ ਗੁਲਾਟੀ ਜੀ ਨੇ ਆਵਾਜ਼ ਰੇਜ਼ ਕਿਉਂ ਨਹੀਂ ਕੀਤੀ ਇਸ ਚੀਜ਼ ਦੇ ਵਿਰੁੱਧ ਕਿ ਕੋਟਲੀ ਨੂੰ ਕੈਬਨਿਟ ਮਿਨਿਸਟਰ, ਚਾਹੇ ਕੈਬਨਿਟ ਮਿਨਿਸਟਰ ਸਿਰਫ 2.5 ਮਹੀਨਿਆਂ ਲਈ ਬਣਨਾ ਹੋਵੇ, ਪਰ ਉਹਨੂੰ ਕਿਉਂ ਬਣਾਇਆ ਗਿਆ? ਸੋ ਇਹ ਬਹੁਤ ਵੱਡਾ ਸਵਾਲ ਆ। ਇਹ ਮੈਨੂੰ ਵੀ ਪਤਾ ਹੈ ਕਿ ਮੇਰੇ ਆਵਾਜ਼ ਉਠਾਉਣ ਦੇ ਨਾਲ ਜਾਂ ਮੇਰੇ ਬੋਲਣ ਦੇ ਨਾਲ ਇਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲਣਾ, ਪਰ ਮੇਰਾ ਫਰਜ਼ ਆ ਕਿ ਮੇਰੇ ਕੋਲ ਜਿੰਨੀ ਕੁ ਵੀ ਮੇਰੇ ਪੇਜ ਦੇ ਥਰੂ ਜਿੰਨੀ ਕੁ ਵੀ ਆਡੀਅנס ਹੈਗੀ ਆ, ਮੈਂ ਜਿੰਨਾ ਕੁ ਵੀ ਕਿਸੇ ਨੂੰ ਜਾਗਰੂਕ ਕਰ ਸਕਦੀ ਹਾਂ, ਜਿੰਨਾ ਕੁ ਵੀ ਕਿਸੇ ਨੂੰ ਸੱਚ ਦਿਖਾ ਸਕਦੀ ਹਾਂ, ਮੈਂ ਸੱਚ ਦਿਖਾਵਾਂ। ਮੈਂ ਪਹਿਲਾਂ ਇਸ ਚੀਜ਼ ਦੇ ਉੱਤੇ ਨਹੀਂ ਬੋਲੀ ਕਿਉਂਕਿ ਮੈਨੂੰ ਸੱਚ ਨਹੀਂ ਪਤਾ ਸੀ। ਜਦੋਂ ਮੈਂ ਇਸ ਚੀਜ਼ ਦੀ ਪੂਰੀ ਪ੍ਰੋਪਰ ਸਟੱਡੀ ਕੀਤੀ, ਮੈਂ ਵੈਰੀਫਾਈ ਕੀਤਾ, ਮੈਂ ਕਈ ਵਿਟਨੈਸਸ ਨਾਲ ਗੱਲ ਕੀਤੀ, ਮੈਂ ਇਹਦੇ ਟਰਾਇਲਸ ਨੂੰ ਸਟੱਡੀ ਕੀਤਾ, ਤਾਂ ਸਟੱਡੀ ਕਰਨ ਤੋਂ ਬਾਅਦ ਇਹੀ ਚੀਜ਼ ਨਿਕਲੀ ਆ ਕਿ ਉਹਨਾਂ ਨੂੰ ਸਫੀਸ਼ੀਐਂਟ ਪ੍ਰੂਫ ਨਾ ਹੋਣ ਦੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ, ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਸਫੀਸ਼ੀਐਂਟ ਪ੍ਰੂਫ ਕਿਉਂ? ਕਿਉਂਕਿ ਕਾਤੀਆ ਕਦੇ ਵੀ ਵਾਪਸ ਭਾਰਤ ਆਈ ਹੀ ਨਹੀਂ। 15 ਵਾਰ ਉਹਨੂੰ ਸੰਮਨ ਮਿਲੇ, 26 ਵਾਰ ਅਡਜੌਨ ਕੀਤੀ ਗਈ ਕੋਰਟ ਦੀ ਹੀਅਰਿੰਗ, ਪਰ ਉਹ ਕਦੇ ਵੀ ਵਾਪਸ ਨਹੀਂ ਆਈ। ਸੋ ਇਹਦੇ ਕਰਕੇ ਉਹ ਵਾਪਸ ਕਿਉਂ ਨਹੀਂ ਆਈ? ਤਾਂ ਉਹਨੇ ਖੁੱਲੀ ਲੈਟਰ ਦੇ ਵਿੱਚ ਇਹ ਲਿਖਿਆ ਸੀਗਾ ਕਿ ਮੈਂ ਵਾਪਸ ਨਹੀਂ ਆਈ ਕਿਉਂਕਿ ਮੈਨੂੰ ਡਰ ਸੀਗਾ, ਪਰ ਮੈਂ ਅੱਜ ਵੀ ਭੀਤ ਹਾਂ। ਅੱਜ ਵੀ ਮੈਨੂੰ ਭਾਰਤ ਦੇ ਨਾਂ ਤੋਂ ਤੇ ਭਾਰਤ ਦੇ ਉਹਨਾਂ ਲੋਕਾਂ ਤੋਂ ਡਰ ਲੱਗਦਾ ਹੈ ਜਿਨ੍ਹਾਂ ਨੇ ਮੇਰਾ ਬਲਾਤਕਾਰ ਕੀਤਾ। ਪਰ ਬਲਾਤਕਾਰ ਦੇ ਕੇਸ ਨੂੰ ਸਿੰਪਲ ਅਬਡਕਸ਼ਨ ਦਾ ਕੇਸ ਬਣਾ ਦਿੱਤਾ ਗਿਆ। ਜਿਹਨੂੰ ਜਿਪਸੀ 'ਚ ਸੁੱਟ ਕੇ ਕੁੱਟਮਾਰ ਕੀਤੀ ਗਈ, ਇੰਨੇ ਬੰਦਿਆਂ ਵੱਲੋਂ ਰੇਪ ਕੀਤਾ ਗਿਆ, ਉਹਦਾ ਮੈਡੀਕਲ ਤੱਕ ਨਾ ਹੋਇਆ। ਸੋ ਇਹ ਚੀਜ਼ਾਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਕਿ ਉਹਦੇ ਤੇ 376 ਦਾ ਪਰਚਾ ਕਿਉਂ ਨਹੀਂ ਹੋਇਆ। ਸੋ ਬਹੁਤ ਵੱਡੀਆਂ ਗੱਲਾਂ ਨੇ ਤੇ ਫਿਰ ਉਹਦੇ ਵਿੱਚੋਂ ਉਹਦਾ ਬਰੀ ਹੋ ਜਾਣਾ ਤੇ ਉਸ ਤੋਂ ਬਾਅਦ ਇਹੋ ਜਿਹੇ ਮਾੜੇ ਕਿਰਦਾਰ ਦੇ ਬੰਦੇ ਨੂੰ ਕੈਬਨਿਟ ਮਿਨਿਸਟਰ ਬਣਾ ਦੇਣਾ। ਖੈਰ, ਇਹ ਚੀਜ਼ਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ, ਚਾਹੇ ਗਗਨਜੀਤ ਦਾ ਕੇਸ ਹੋਵੇ, ਚਾਹੇ ਸੁੱਚਾ ਸਿੰਘ ਲੰਗਾਹ ਦਾ ਕੇਸ ਹੋਵੇ। ਇਹਦੇ ਵਿੱਚ ਵੀ ਜਿਹੜੇ ਇਹ ਕੇਸ ਆ, ਇਹ ਹੁੰਦਾ ਤਾਂ ਸੱਚ ਹੀ ਆ, ਪਰ ਇਹ ਕਿਤੇ ਨਾ ਕਿਤੇ ਦਬਾ ਦਿੱਤੇ ਜਾਂਦੇ ਨੇ ਕਿਉਂਕਿ ਪਾਵਰ ਪੋਲਿਟਿਕਸ ਬਹੁਤ ਵੱਡੀ ਚੀਜ਼ ਆ। ਪਰ ਗੱਲ ਇਹ ਹੈਗੀ ਆ ਕਿ ਜੇ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਵਾਰਿਸ ਹਾਂ, ਜੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਵਾਰਿਸ ਹਾਂ, ਤਾਂ ਫਿਰ ਅਸੀਂ ਚੁੱਪ ਕਿਉਂ ਰਹਿੰਦੇ ਹਾਂ?
ਜਦੋਂ ਸਾਡੇ ਆਮ ਲੋਕਾਂ ਦੀ, ਸਾਡੇ ਵਰਗਿਆਂ ਦੀ ਕਿਸੇ ਦੀ ਆਵਾਜ਼ ਨੂੰ ਦੱਬਣਾ ਹੋਵੇ ਤਾਂ ਅਸੀਂ ਖੜੇ ਹੋ ਜਾਂਦੇ ਹਾਂ, ਪਰ ਜਦੋਂ ਅਸੀਂ ਵਾਕਈ ਸੱਚ ਲਈ ਲੜਨਾ ਹੁੰਦਾ ਆ ਤਾਂ ਫਿਰ ਅਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਫਾਈਟ ਕਿਉਂ ਕਰਦੇ ਹਾਂ। ਸੋ ਆਈ ਹੈਵ ਡਿਸਾਈਡਡ ਕਿ ਮੈਂ ਆਪਣੀ NGO ਦੇ ਵੱਲੋਂ ਮਨੀਸ਼ਾ ਗੁਲਾਟੀ ਨੂੰ ਤੇ ਚੀਫ ਮਿਨਿਸਟਰ ਨੂੰ ਮੈਂ ਲੈਟਰ ਲਿਖਾਂਗੀ ਕਿ ਕੋਟਲੀ ਦੇ ਬੇਸ਼ੱਕ ਕੇਸ ਬੰਦ ਹੋ ਗਿਆ, ਬੇਸ਼ੱਕ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ, ਪਰ ਬਰੀ ਕਰਨ ਦੇ ਰੀਜ਼ਨ ਸੀਗੇ। ਸੋ ਉਹਨੇ ਸਾਡੇ ਭਾਰਤ ਦਾ, ਸਾਡੇ ਪੰਜਾਬ ਦਾ ਨਾਮ ਬਦਨਾਮ ਕੀਤਾ, ਉਹਨੇ ਇੱਕ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ, ਇੱਕ ਬੇਗੁਨਾਹ ਦੀ ਪੱਤ ਲੁੱਟੀ ਤੇ ਉਹਨੂੰ ਇੱਥੋਂ ਭੱਜਣ ਨੂੰ ਮਜਬੂਰ ਕੀਤਾ। ਤੇ ਇਹੋ ਜਿਹੇ ਬੰਦੇ ਨੂੰ ਕੈਬਨਿਟ ਮਿਨਿਸਟਰ ਬਣਨ ਦਾ ਕੋਈ ਹੱਕ ਨਹੀਂ ਹੈਗਾ। ਮੈਂ ਆਪਣੇ ਵੱਲੋਂ ਲੈਟਰ ਲਿਖਾਂਗੀ ਤੇ ਉਮੀਦ ਆ ਕਿ ਤੁਸੀਂ ਵੀ ਸਾਰੇ ਇਸ ਚੀਜ਼ ਨੂੰ ਸਪੋਰਟ ਕਰੋਗੇ ਤੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿਰੁੱਧ ਆਵਾਜ਼ ਚੱਕਣੀ ਚਾਹੀਦੀ ਹੈ ਤੇ ਅੱਗੋਂ ਤੋਂ ਇਹੋ ਜਿਹੇ ਬੰਦਿਆਂ ਨੂੰ, ਪਰ ਕਸੂਰਵਾਰ ਜਿਹੜੀ ਕੈਬਨਿਟ ਮਿਨਿਸਟਰ ਚੁਣਨ ਵਾਲੇ ਨਾਲੋਂ ਜ਼ਿਆਦਾ ਸਾਡੇ ਲੋਕ ਨੇ ਜਿਹੜੇ ਇਹੋ ਜਿਹੇ ਬੰਦਿਆਂ ਨੂੰ MLA MP ਬਣਾ ਕੇ ਭੇਜਦੇ ਨੇ। ਸੋ ਆਪਣੇ ਨੁਮਾਇੰਦੇ ਇਹੋ ਜਿਹੇ ਨਾ ਰੱਖੋ। ਜੇ ਅਸੀਂ ਵਾਕਈ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਆ ਤਾਂ ਸਾਡੇ ਜਿਹੜੇ ਨੁਮਾਇੰਦੇ ਆ ਉਹ ਚੱਜ ਦੇ ਹੋਣੇ ਚਾਹੀਦੇ ਆ। ਧੰਨਵਾਦ।